ਜਥੇਦਾਰ ਦੇ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਸਵਾਲ। ਕਿਹਾ ਜਥੇਦਾਰ ਨੇ ਸਿੱਖ ਮਰਿਆਦਾ ਦਾ ਨਹੀਂ ਰੱਖਿਆ ਖਿਆਲ। ਉਹਨਾਂ ਦੀ ਮੌਜੂਦਗੀ ਦੇ ਵਿੱਚ ਕੀਰਤਨ ਅੱਗੇ ਸੋਫਾ ਟਾਈਪ ਗੱਦੇ ਲਗਾ ਕੇ ਬੈਠੇ ਰਾਘਵ ਤੇ ਪਰਨੀਤੀ। ਜਥੇਦਾਰ ਦੇ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੇ ਮੱਚਿਆ ਸਿਆਸੀ ਘਮਸਾਨ। ਆਪ ਦਾ ਅਕਾਲੀ ਦਲ ਤੇ ਪਲਟਵਾਰ। ਕਿਹਾ ਅਕਾਲੀ ਦਲ ਤੈਅ ਨਹੀਂ ਕਰੇਗਾ ਕਿ ਜਥੇਦਾਰ ਕਿੱਥੇ ਜਾਣਗੇ ਤੇ ਕਿੱਥੇ ਨਹੀਂ। ਸਿੱਖ ਕੌਮ ਕਿਸੇ ਦੀ ਜਗੀਰ ਨਹੀਂ। ਦਿੱਲੀ 'ਚ ਅਰਵਿੰਦ ਕੇਜਰੀਵਾਲ ਨੂੰ ਮਿਲੇ ਸੁਚੀਰ ਰਿੰਕੂ। ਜਲੰਧਰ ਦੀ ਜਿੱਤ ਤੇ ਕੇਜਰੀਵਾਲ ਨੇ ਦਿੱਤੀ ਵਧਾਈ। ਸੀਐਮ ਭਗਵੰਤ ਮਾਨ ਵੀ ਨਾਲ ਰਹੇ ਮੌਜੂਦ। ਰਾਜਾ ਵੜਿੰਗ ਨੇ ਜਲੰਧਰ ਚੋਣਾਂ ਨੂੰ ਲੈ ਕੇ ਲਗਾਇਆ ਵੱਡਾ ਇਲਜ਼ਾਮ। ਬੋਲੇ ਸਾਡੇ ਵੋਟਰਾਂ ਨੂੰ ਧਮਕਾਇਆ ਗਿਆ, ਇਸੇ ਲਈ ਨਹੀਂ ਹੋਈ ਜ਼ਿਆਦਾ ਵੋਟਿੰਗ। ਜਲੰਧਰ ਜਿਮਨੀ ਚੋਣ ਦੇ ਵਿੱਚ ਕਰਾਰੀ ਸ਼ਿਕਸਤ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਵਿਤਾ। ਸ਼ਬਦਾਂ ਜ਼ਰੀਏ ਚੁੱਕੇ ਕਈ ਸਵਾਲ। ਲਿਖਿਆ ਕੁਝ ਤੋਂ ਕਮੀ ਰਹਿ ਗਈ ਹੋਗੀ। ਬਠਿੰਡਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਕੈਦੀ ਅਤੇ ਗੈਂਗਸਟਰ। 30 ਤੋਂ ਵੱਧ ਕੈਦੀ 3 ਦਿਨਾਂ ਤੋਂ ਨਹੀਂ ਖਾ ਰਹੇ ਖਾਣਾ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਸ਼ਾਮਲ ਗੈਂਗਸਟਰ ਵੀ ਸ਼ਾਮਲ। ਜੇਲ੍ਹ ਮੈਨੂਅਲ ਮੁਤਾਬਿਕ ਸਹੂਲਤਾਂ ਦੇਣ ਦੀ ਕਰ ਰਹੇ ਨੇ ਮੰਗ। ਕਰਨਾਟਕ ਜਿੱਤ ਤੇ ਕਾਂਗਰਸ ਨੇ ਮਨਾਇਆ ਸ਼ਾਨਦਾਰ ਜਸ਼ਨ। ਪੰਜਾਬ ਕਾਂਗਰਸ ਦੇ ਲੀਡਰ ਢੋਲ ਦੇ ਡਗੇ ਤੇ ਥਿਰਕੇ। ਇੱਕ ਦੂਜੇ ਦਾ ਮੂੰਹ ਕਰਵਾਇਆ ਮਿੱਠਾ। ਕੌਣ ਹੋਵੇਗਾ ਕਰਨਾਟਕ ਦਾ ਅਗਲਾ ਮੁੱਖ ਮੰਤਰੀ? ਥੋੜੀ ਦੇਰ ਦੇ ਵਿੱਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਹੋਵੇਗਾ ਫੈਸਲਾ। ਮੀਟਿੰਗ ਤੋਂ ਪਹਿਲਾਂ ਸਿੱਧਰਮਈਆ ਤੇ ਡੀਕੇ ਸ਼ਿਵ ਕੁਮਾਰ ਸਮਰਥਕਾਂ ਵਿਚਾਲੇ ਸ਼ੁਰੂ ਹੋਈ ਪੋਸਟਰ ਪੋਲਿਟਿਕਸ। ਫਤਿਆਬਾਦ ਦੇ ਵਿੱਚ ਗੁਰਦੁਆਰੇ ਦੀ ਇਮਾਰਤ ਦੀ ਭੰਨਤੋੜ ਤੇ ਬਲਜੀਤ ਸਿੰਘ ਦਾਦੂਵਾਲ ਨੇ ਜਤਾਇਆ ਇਤਰਾਜ਼। ਕਿਹਾ ਜੇਸੀਬੀ ਚਲਾਉਣ ਤੋਂ ਪਹਿਲਾਂ ਦੇਣਾ ਚਾਹੀਦਾ ਸੀ ਨੋਟਿਸ। ਅਫਸਰਾਂ ਤੇ ਕਾਰਵਾਈ ਦੀ ਕੀਤੀ ਮੰਗ। ਆਈਪੀਐਸ ਪ੍ਰਵੀਨ ਸੂਦ ਹੋਣਗੇ ਸੀਬੀਆਈ ਦੇ ਨਵੇਂ ਡਾਇਰੈਕਟਰ। 25 ਮਈ ਨੂੰ ਸੰਭਣਗੇ ਅਹੁਦਾ। ਹਾਲੇ ਕਰਨਾਟਕ ਦੇ ਡੀਜੀਪੀ ਨੇ ਪ੍ਰਵੀਨ ਸੂਦ। ਗੁਰੂਗ੍ਰਾਮ ਦੇ ਵਿੱਚ ਵਾਈਨ ਸ਼ਾਪ ਦੇ ਵਿੱਚ ਲੱਗੀ ਭਿਆਨਕ ਅੱਗ। ਲੱਖਾਂ ਰੁਪਏ ਦਾ ਨੁਕਸਾਨ। ਫਾਇਰ ਬ੍ਰਿਗੇਡ ਦੀ ਟੀਮ ਨੇ ਪਾਇਆ ਅੱਗ ਤੇ ਕਾਬੂ। ਅੱਗ ਲੱਗਣ ਦੇ ਕਾਰਨ ਦਾ ਨਹੀਂ ਲੱਗਿਆ ਪਤਾ। ਪੰਜਾਬ ਹਰਿਆਣਾ ਦੇ ਵਿੱਚ ਅਗਲੇ 2 ਦਿਨਾਂ ਦੇ ਦੌਰਾਨ ਧੂੜ ਭਰੀ ਹਨੇਰੀ ਦੀ ਸੰਭਾਵਨਾ। ਹਲਕੀ ਮੀਂਹ ਦੇ ਨਾਲ ਚੱਲ ਸਕਦੀਆਂ ਨੇ ਤੇਜ਼ ਹਵਾਵਾਂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗਾ ਪਾਰਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਸਵਾਗਤ ਹੈ 7 ਵਾਲੀਆਂ ਖਬਰਾਂ ਦੇ ਵਿੱਚ, ਜਿਸ ਦੇ ਵਿੱਚ ਜ਼ਿਕਰ ਉਸ ਮੁੱਦੇ ਦਾ ਵੀ ਹੋਵੇਗਾ ਜਿਸ ਤੇ ਕਿ ਪੰਥਕ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ, ਤੇ ਨਾਲ ਹੀ ਸ਼ਾਇਰਾਨਾ ਸੰਦੇਸ਼ ਦੀ ਵੀ ਗੱਲ ਕਰਾਂਗੇ ਜਿਹੜਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ। ਤੇ ਇਸ ਦੇ ਵਿੱਚ ਗੱਲ ਬਠਿੰਡਾ ਜੇਲ੍ਹ ਦੀ ਵੀ ਹੋਵੇਗੀ, ਜਿੱਥੇ ਕਿ ਕੈਦੀਆਂ ਦੇ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਥਕ ਮੁੱਦੇ ਦੀ। ਜਥੇਦਾਰ ਸਾਹਿਬ ਦੇ ਨਾਲ ਜੁੜੇ ਹੋਏ ਮੁੱਦੇ ਦੀ ਨਾਰਾਜ਼ਗੀ, ਜਿਹੜੀ ਕਿ ਸਿੱਧੇ ਤੌਰ ਤੇ ਵਿਰਸਾ ਸਿੰਘ ਵਲਟੋਹਾ ਦੀ ਨਾਰਾਜ਼ਗੀ ਹੈ ਜਥੇਦਾਰ ਸਾਹਿਬ ਤੋਂ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਜਥੇਦਾਰ ਤੇ ਸਵਾਲ ਚੁੱਕੇ ਗਏ ਨੇ। ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਜਥੇਦਾਰ ਦੇ ਸ਼ਾਮਲ ਹੋਣ ਤੇ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਚੁੱਕ ਦਿੱਤੇ ਨੇ। ਜਥੇਦਾਰ ਨੇ ਸਿੱਖ ਮਰਿਆਦਾ ਦਾ ਖਿਆਲ ਨਹੀਂ ਰੱਖਿਆ। ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਖ ਮਰਿਆਦਾ ਦਾ ਹਵਾਲਾ ਦਿੱਤਾ ਜਾ ਰਿਹਾ। ਜਥੇਦਾਰ ਸਾਹਿਬ ਤੇ ਨਿਸ਼ਾਨਾ ਸਾਧਿਆ ਜਾ ਰਿਹਾ। ਜਥੇਦਾਰ ਤੇ ਇੱਕ ਮਰਿਆਦਾ ਲਾਗੂ ਹੁੰਦੀ ਹੈ। ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਕਿ ਜਥੇਦਾਰ ਤੇ ਇੱਕ ਮਰਿਆਦਾ ਲਾਗੂ ਹੁੰਦੀ ਹੈ। ਰਾਘਵ ਤੇ ਪਰਨੀਤੀ ਕੀਰਤਨ ਦੇ ਵਿੱਚ ਸੋਫਾ ਟਾਈਪ ਗੱਦੇ ਤੇ ਬੈਠੇ। ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਥੇਦਾਰ ਦੀ ਮੌਜੂਦਗੀ ਦੇ ਵਿੱਚ ਕੀਰਤਨ ਦੇ ਵਿੱਚ ਸੋਫਾ ਟਾਈਪ ਗੱਦੇ ਤੇ ਬੈਠੇ। ਵਲਟੋਹਾ ਨੇ ਆਮ ਆਦਮੀ ਪਾਰਟੀ ਤੇ ਸਿੱਖ ਵਿਰੋਧੀ ਹੋਣ ਦਾ ਵੀ ਇਲਜ਼ਾਮ ਲਗਾਇਆ। ਆਪ ਵਾਲਿਆਂ ਨੇ ਸਾਡੇ ਮੁੰਡੇ ਐਨਐਸਏ ਲਗਾ ਕੇ ਚੁਕਵਾ ਲਏ। ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਸ ਗੱਲ ਦਾ ਵੀ ਹਵਾਲਾ ਦਿੱਤਾ ਗਿਆ। ਤੇ ਇਸ ਦੇ ਨਾਲ ਹੀ ਵਲਟੋਹਾ ਨੇ ਜਥੇਦਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਮਰਿਆਦਾ ਦੀ ਉਲੰਘਣਾ ਕਰ ਚੁੱਕੇ ਨੇ। ਸਾਬਕਾ ਸੀਐਮ ਚੰਨੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਵੀ ਜਥੇਦਾਰ ਸ਼ਾਮਲ ਹੋ ਕੇ ਖੁਦ ਅਰਦਾਸ ਕਰਦੇ ਨਜ਼ਰ ਆਏ ਸਨ। ਵਲਟੋਹਾ ਦੇ ਮੁਤਾਬਿਕ ਜਥੇਦਾਰ ਕਿਸੇ ਪਤਿਤ ਸਿੱਖ ਦੀ ਅਰਦਾਸ ਨਹੀਂ ਕਰ ਸਕਦੇ। ਦਰਅਸਲ ਕੱਲ ਦਿੱਲੀ ਦੇ ਵਿੱਚ ਸਮਾਗਮ ਸੀਗਾ। ਰਾਘਵ ਚੱਡਾ ਤੇ ਪਰਨੀਤੀ ਚੋਪੜਾ ਦੀ ਮੰਗਣੀ ਹੋਈ ਤੇ ਇਸੇ ਦੌਰਾਨ ਖਾਸ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਸ ਨੂੰ ਲੈ ਕੇ ਹੁਣ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆ। ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਿੱਧੇ ਤੌਰ ਤੇ ਜਥੇਦਾਰ ਦੀ ਇਸ ਸਮਾਗਮ ਦੇ ਵਿੱਚ ਮੌਜੂਦਗੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ।
तो विरसा सिंह वलटोहा के वलों सोशल मीडिया ते एक पोस्ट पाई गई जिस दे विच वलटोहा लिखते हैं कि सत्कारयोग जथेदार साहब, मेरे वर्गे नमाणे सिख नूं अज बहुत ठेस पहुंची है, कौम दा गुरु राखा। इस दे विच सीधे तौर पर जिक्र किया गया है कि उन्हां दे मन नूं ठेस पहुंची है ते जथेदार साहब की जो कि दिल्ली दे विच समागम दे विच मौजूदगी सी उस नूं लैके विरसा सिंह वलटोहा दे वल्लों सीधे सवाल भी चुके गए ने। मन गया कि ਜਿਹੜਾ ਸੱਦਾ ਆ ਉਹ ਰਾਘਵ ਚੱਡਾ ਜੀ ਵੱਲੋਂ ਕੁਦਰਤੀ ਆਇਆ ਹੋਊਗਾ ਤਦ ਹੀ ਗਏ ਨੇ ਜੀ। ਪਰ ਜਥੇਦਾਰ ਸਾਹਿਬ ਘੱਟੋ ਘੱਟ ਉਸ ਰੁਤਬੇ ਦੀ ਮਹਾਨਤਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਹ ਵੀ ਯਾਦ ਰੱਖ ਲੈਂਦੇ ਕਿ ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਹੋਰਾਂ ਨੇ, ਮੇਰਾ ਖਿਆਲ ਰਾਘਵ ਚੱਡਾ ਜੀ ਨੇ ਵੀ ਇੱਥੋਂ ਤੱਕ ਕਿ ਹੋਰ ਬਹੁਤ ਸਾਰਿਆਂ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਤੀ ਹਮਲੇ ਵੀ ਕੀਤੇ, ਜਮਾਤੀ ਹਮਲੇ ਵੀ ਕੀਤੇ, ਉਹਨਾਂ ਦੇ ਭਾਸ਼ਣਾਂ ਤੇ ਸਵਾਲ ਕੀਤੇ, ਉਹਨਾਂ ਦੇ ਜਥੇਦਾਰ ਬਣਨ ਤੇ ਸਵਾਲ ਕੀਤੇ, ਉਹਨਾਂ ਦੇ ਉੱਤੇ ਠੇਸ ਕਿਉਂ ਪਹੁੰਚੀ ਹੈ ਵਲਟੋਹਾ ਸਾਹਿਬ? ਸਵਾਲ ਫਿਰ ਉੱਥੇ ਖੜਾ ਹੈ। ਦੇਖੋ ਅਰਦਾਸ ਕੀਤੀ ਹੈ, ਕੱਲ ਅਰਦਾਸ ਕੀਤੀ ਹੈ ਸਮਾਗਮ ਦੇ ਵਿੱਚ, ਪਹਿਲਾ ਸਵਾਲ ਤਾਂ ਇਹ ਹੈ ਵਲਟੋਹਾ ਸਾਹਿਬ। ਮੇਰੀ ਬੇਨਤੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜਦੋਂ ਜਾਂਦੇ ਨੇ ਨਾ ਜੀ, ਜਿੱਥੇ ਵੀ ਜਾਂਦੇ ਨੇ, ਜਿਸ ਸਮਾਗਮ 'ਚ ਜਾਂਦੇ ਨੇ, ਉਹਨਾਂ ਨੂੰ ਇੱਕ ਮਾਣ ਮਰਿਆਦਾ ਦੇ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਤੁਹਾਨੂੰ ਕਿਤੇ ਸਤਿਕਾਰ ਨਜ਼ਰ ਆਉਂਦਾ? ਬਾਹਰ ਮੇਨ ਰੋਡ ਤੇ ਜਿੱਥੋਂ ਆਮ ਜਨਤਾ ਲੰਘਦੀ ਆ ਉੱਥੇ ਉਹਨਾਂ ਦੀ ਗੱਡੀ ਖਿਲਾਰ ਲਈ ਜਾਂਦੀ ਹੈ। ਫਿਰ ਉੱਥੇ ਉਹ ਜਾਂਦੇ ਨੇ ਤੇ ਜਿੱਥੇ ਕੀਰਤਨ ਚੱਲਦਾ ਆ, ਰਾਗੀ ਸਿੰਘ ਕੀਰਤਨ ਕਰਦੇ ਨੇ, ਸਾਹਮਣੇ ਰਾਘਵ ਚੱਡਾ ਜੀ ਤੇ ਬੀਬਾ ਪ੍ਰਨੀਤੀ ਚੋਪੜਾ ਜੀ ਬੈਠੇ ਨੇ ਤੇ ਸੋਫਾ ਟਾਈਪ ਗੱਦੇ ਲਾ ਕੇ, ਸੋਫਾ ਟਾਈਪ ਗੱਦੇ ਲਾ ਕੇ ਉਹਨਾਂ ਦੇ ਉੱਤੇ ਬੈਠੇ ਨੇ, ਜਿਹੜਾ ਕਿ ਸਿੱਖੀ ਮਰਿਆਦਾ ਦੀ ਉਲੰਘਣਾ ਹੈ। ਤੇ ਜਥੇਦਾਰ ਸਾਹਿਬ ਉਸ ਸਮਾਗਮ 'ਚ ਸ਼ਾਮਲ ਹੋਣ, ਇਹਦਾ ਮਤਲਬ ਕਿ ਰਵਾਇਤ ਪਾਈ ਜਾ ਰਹੀ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ਼ਾਇਰਾਨਾ ਸੁਨੇਹੇ ਦੀ, ਜਿਹੜਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ। ਜਲੰਧਰ ਜਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਰਾਜਾ ਵੜਿੰਗ ਦੇ ਦਰਅਸਲ ਇੱਕ ਕਵਿਤਾ ਸ਼ੇਅਰ ਕੀਤੀ ਗਈ। ਰਾਜਾ ਵੜਿੰਗ ਨੇ ਕਵਿਤਾ ਦੇ ਜ਼ਰੀਏ ਕਈ ਸਵਾਲ ਚੁੱਕੇ ਨੇ, ਜਿਸ ਦੇ ਵਿੱਚ ਕਿਹਾ ਗਿਆ ਕਿ ਕੁਝ ਤਾਂ ਕਮੀ ਰਹਿ ਗਈ ਹੋਵੇਗੀ, ਸ਼ਾਇਦ ਉਸਨੇ इशारों ही इशारों में कुछ समझाया होगा। राजा वड़िंग दे वल्लों यह जिक्र किया गया। हालांकि सवाल है कि आखिरकार इस कविता के मायने की ने, एक कविता के जरिए किसनों संबोधन किया गया, किसनों निशाने ते लिया गया है। दरअसल राजा वड़िंग दे वल्लों इस कविता का जिक्र करते लिखा गया है कि शायद मुझे ही समझ ना आया होगा, होगा वो अपना ही जो लगा मुझे पराया होगा, बातें जो उसने कही शायद मैंने उनको समझा नहीं, शायद उसने इशारों ही इशारों में मुझे कुछ समझाया होगा, कभी चुप रहकर तो कभी बोल कुछ कड़वे बोल, अपनापन उसने जताया होगा, शायद उसका यह अंदाज मुझे समझ ना आया होगा, कुछ तो कमी रह गई होगी। सो ये जिक्र किया गया कविता का, राजा वड़िंग दे वल्लों शेयर की गई। हालांकि इस दे विच वड्डा सवाल यह है कि आखिरकार किसनों संबोधन किया गया, किस दा जिक्र कर रहे ने, किसनों अपना कह रहे ने कि जिहड़ा अपना सीगा जिहड़ा कि उन्होंने पराया लगा तो हुण अपना हो गया। आखिरकार किस वाले पासे इशारा है, जिसका कि जेकर निचोड़ किया जाए, निचोड़ कढ़िया जाए तो भी है कि जो शायद उन्होंने कोई पराया नज़र आता सीगा, शायद हुण उन्होंने अपना लग रहा है, किसी तरह का कोई उन्होंने पछतावा हो रहा है, पश्चाताप हो रहा है अपने किसी पहले बयान को लैके, किसी गल को लैके। खैर अलग अलग तरह के मायने कढ़े जा रहे हैं। ये तो ज्यादा हुण राजा वड़िंग ही दस सकते हैं कि आखिरकार इस कविता के जरिए निशाने ते कौन है, या इशारा किस पासे है, या किस नूं संबोधन किया गया है। ये शेर और शायरी के भाव है जिहड़े समझण वाले समझ जाते हैं। मैनूं लगदा वो मीडिया के राही जरूरी नहीं कि उन्हां दी पूरी उन्होंने डिक्टेट किया जाए, फिर वो लम्मा उत्थे जलंधर जिमनी चोण नूं लैके भी कांग्रेस दे वल्लों गंभीर इल्जाम लगाए गए ने। राजा वड़िंग ने वोटरां नूं धमकाउण दा सीधे तौर ते इल्जाम लगाया। राजा वड़िंग दा कहना है कि साडे वोटरां नूं धमकाया गया, साडे वोटरां नूं पुलिस दे वल्लों रोकिया गया, साडे वोटरां नूं पोलिंग स्टेशन तक आउण नहीं दिता गया, ते हवाला उन्हां वल्लों ही दिता जा रहा है कि इस करके जिहड़ी वोटिंग है घट हुई है, क्योंकि 54% जिहड़ी वोटिंग जलंधर जिमनी चोण नूं लैके हुई, तो उन्हां दा इह मनना है कि वोटिंग घट होण करके ही कांग्रेस नूं हार दा सामना करना पै रहा है। यह तर्क जिहड़ा राजा वड़िंग दे वल्लों दिता जा रहा है, सीधे तौर ते वोटरां नूं धमकाउण दे राजा वड़िंग दे वल्लों इल्जाम लगाए जा रहे हैं। जिथे सारा अमला फमला मंत्री साहबान पुलिस BDPOs SHOs
ਐਕਸੀਐਨਸ, ਬਿਜਲੀ ਬੋਰਡ ਦੇ, ਇਰੀਗੇਸ਼ਨ ਦੇ, ਕਾਰਪੋਰੇਸ਼ਨ ਦੇ ਕਮਿਸ਼ਨਰ ਸਭ ਬੈਠੇ ਸਨ, ਜਿਨ੍ਹਾਂ ਨੇ ਸਾਰਿਆਂ ਨੇ ਸਰਕਾਰ ਦੀ ਮਦਦ ਕੀਤੀ। ਤਾਂ 15,000 ਵੋਟ ਪਿਛਲੀ ਵਾਰੀ ਨਾਲੋਂ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਧਾਨ ਇਸ ਲੋਕ ਸਭਾ 'ਚ ਘੱਟ ਪਈ ਹੈ। ਕੋਈ ਇਹ ਬਹੁਤ ਵੱਡਾ ਆਮ ਆਦਮੀ ਪਾਰਟੀ ਨੇ ਤੀਰ ਨਹੀਂ ਮਾਰਿਆ ਕਿ ਇਹ ਚੁਣਾਵ ਜਿੱਤ ਗਏ। लोगों लगता कि 4 साल पहले ऐसी कोई काम लवांगे, और क्या भी इस तरह गया। केजरीवाल साहब ने मंच तो चढ़ के गल कही कि सरकार हमारी है, 4 साल पड़े हैं, काम किसके पास जाओगे, काम तो हमारे पास ही आना पड़ेगा। इस करके जो पढ़िया लिखा इंडस्ट्रीलिस्ट या इधर उधर का वोटर है, वो किते ना किते इधर उधर होया। सो मैं समझना कि सरकार की कोई बहुत ही वड्डी प्राप्ति नहीं है। सरकार ने अगर कोई वादियां दे लोगों ने वोटां पाउणियां हुंदियां तां लोकां दा टर्नआउट ज़्यादा हुंदा ते उन्हां दी जिहड़ी वोटां पईयां उन्हां नूं घट नहीं पैणीਆਂ ਸੀ। ਇੱਕ ਪਾਸੇ ਰਾਜਾ ਵੜਿੰਗ ਵੋਟਰਾਂ ਨੂੰ ਧਮਕਾਉਣ ਦੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੇ ਨੇ, ਤਾਂ ਇਸ ਦੇ ਵਿਚਾਲੇ ਜਲੰਧਰ ਤੋਂ ਨਵੇਂ ਬਣੇ ਸਾਂਸਦ ਸੁਸ਼ੀਲ ਰਿੰਕੂ ਨੇ ਦਿੱਲੀ ਦੇ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਤੇ ਜਲੰਧਰ ਦੇ ਲੋਕਾਂ ਦੇ ਲਈ ਤਨਦੇਹੀ ਦੇ ਨਾਲ ਕੰਮ ਕਰਨ ਦਾ ਦਮ ਭਰਿਆ। ਜਲੰਧਰ ਜ਼ਿਮਨੀ ਚੋਣ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। सबसे पहले तो अरविंद केजरीवाल साहब ने बधाई दी है, भगवंत मान साहब ने बधाई दी है और अपने लोगों का धन्यवाद किया है। जलंधर के जितने भी लोग जिन्होंने हमें वोट डाला है उनका भी धन्यवाद किया है और जिन्होंने नहीं डाला उनका भी धन्यवाद किया है। सो बड़ा अच्छे माहौल में सारी बातचीत हुई। ਰਿੰਕੂ ਨੇ ਕਿਹਾ ਕਿ ਜਲੰਧਰ ਦੇ ਲੋਕ ਪਰਿਵਾਰਵਾਦ ਦੀ ਰਾਜਨੀਤੀ ਤੋਂ ਉਕਤਾ ਚੁੱਕੇ ਨੇ ਅਤੇ ਹੁਣ ਵਿਕਾਸ ਲਈ ਉਹਨਾਂ ਨੇ ਵੋਟ ਕੀਤਾ ਹੈ। देखो, लोग परिवारवाद की जो राजनीति है उससे उकता चुके हैं, क्योंकि ये कुछ परिवार ऐसे हैं जो काफी पिछले 70, 80 साल से राजनीति में हैं, तो लोग अब कुछ नया चाहते हैं। ਨਵੇਂ ਬਣੇ ਸਾਂਸਦ ਨੇ ਹਲਕੇ ਲਈ ਤਨਦੇਹੀ ਨਾਲ ਕੰਮ ਕਰਨ ਦਾ ਦਮ ਵੀ ਭਰਿਆ। सड़कें टूटी हैं, फ्लाईओवर्स बनने वाले हैं, एयरपोर्ट बंद पड़ा है, स्मार्ट सिटी के काम रुके हैं, गांव में सीवर की समस्या है, शहर में भी कई दिक्कतें हैं। जो हमने लोगों से वादे किए हैं वो हम उनको आज से ही, जो हमारी प्लानिंग शुरू हो चुकी है, हम उनको आज से ही जो वो काम है 1 by 1 निपटाने शुरू कर दें। ਸੁਸ਼ੀਲ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ 'ਚ 58,000 ਤੋਂ ਵੱਧ ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਅਤੇ 2024 ਲਈ ਪਾਰਟੀ ਦੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣ ਲੜੇਗੀ। ਦਿੱਲੀ ਤੋਂ ਫਰਾਹ ਖਾਨ, ਨਿਊਜ਼ 18 ਪੰਜਾਬ। ਅੱਗੇ ਵਧਾਂਗੇ, ਤੁਹਾਨੂੰ ਗੱਲ ਕਰਾਂਗੇ ਬਠਿੰਡਾ ਜੇਲ੍ਹ ਦੀ, ਜਿੱਥੇ ਕਿ ਕੈਦੀਆਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਦਰਅਸਲ ਜੇਲ੍ਹ ਦੇ ਵਿੱਚ ਕੈਦੀ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤੇ ਇਹ ਸਿਲਸਿਲਾ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸ ਹੜਤਾਲ ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਨਾਲ ਸੰਬੰਧਿਤ ਮੁਲਜ਼ਮ ਵੀ ਸ਼ਾਮਲ ਨੇ, ਜੋ ਆਪਣੇ ਖਰਚੇ ਤੇ ਜੇਲ੍ਹ ਬੈਰਕ ਦੇ ਵਿੱਚ ਟੀਵੀ ਲਗਾਉਣ ਦੀ ਮੰਗ ਕਰ ਰਹੇ ਨੇ। ਜੇਲ੍ਹ ਦੇ ਵਿੱਚ ਭੁੱਖ ਹੜਤਾਲ ਦੀਆਂ ਖਬਰਾਂ ਪਹਿਲਾਂ ਵੀ ਆਈਆਂ, ਪਰ ਜੋ ਭੁੱਖ ਹੜਤਾਲ ਬਠਿੰਡਾ ਜੇਲ੍ਹ ਦੇ ਵਿੱਚ ਚੱਲ ਰਹੀ ਹੈ ਇਹ ਪਹਿਲੀਆਂ ਨਾਲੋਂ ਬਿਲਕੁਲ ਵੱਖਰੀ ਹੈ, ਕਿਉਂਕਿ ਕੈਦੀਆਂ ਦੀਆਂ ਮੰਗਾਂ ਹੀ ਨਵੇਕਲੀਆਂ ਨੇ ਤੇ ਸੰਘਰਸ਼ ਸਹੂਲਤਾਂ ਲੈਣ ਵਾਸਤੇ ਹੋ ਰਿਹਾ ਹੈ। ਮੰਗ ਟੀਵੀ ਲਗਾਉਣ ਦੀ ਕੀਤੀ ਜਾ ਰਹੀ ਹੈ। ਨੇ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਉਹ ਡਿਮਾਂਡ ਕਰ ਰਹੇ ਨੇ। ਜੇਲ੍ਹ ਪ੍ਰਸ਼ਾਸਨ ਤੇ ਲਗਾਤਾਰ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੂੰ ਕਈ ਜਿਹੜੀ ਸਹੂਲਤਾਂ ਨੇ ਉਹ ਨਹੀਂ ਦਿੱਤੀ ਜਾ ਰਹੀ, ਜਿਹਦੇ ਵਿੱਚ ਚਾਹੇ ਉਹ ਟੀਵੀ ਹੋਵੇ, ਚਾਹੇ ਉਹ ਮੁਲਾਕਾਤ ਦਾ ਜਿਹੜਾ ਸਮਾਂ ਹੈ ਉਹ ਵੀ ਘਟਾ ਦਿੱਤਾ ਗਿਆ ਹੈ ਤੇ ਜਿਹੜੇ ਰੀਚਾਰਜ ਦਿੰਦੇ ਆ ਗੱਲ ਕਰਨ ਵਾਸਤੇ, ਜਿਹੜੀ ਗੱਲ ਕਰਨ ਵਾਸਤੇ ਦਿੰਦੇ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਘਟਾ ਦਿੱਤਾ ਗਿਆ ਹੈ। ਦਰਅਸਲ ਬਠਿੰਡਾ ਜੇਲ੍ਹ ਦੇ ਵਿੱਚ ਕੈਦੀਆਂ ਤੇ ਗੈਂਗਸਟਰਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਪਿਛਲੇ 3 ਦਿਨਾਂ ਤੋਂ ਜਾਰੀ ਹੈ। ਇਸ ਭੁੱਖ ਹੜਤਾਲ ਤੇ 30 ਤੋਂ ਵੱਧ ਕੈਦੀ ਨੇ, ਜਿਨ੍ਹਾਂ ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਗੈਂਗਸਟਰ ਵੀ ਸ਼ਾਮਲ ਨੇ ਤੇ ਮੰਗ ਜੇਲ੍ਹ ਬੈਰਕ ਦੇ ਵਿੱਚ ਟੀਵੀ ਲਗਾਉਣ ਦੀ ਹੋ ਰਹੀ ਹੈ। ਕੈਦੀ ਆਪਣੇ ਖਰਚੇ ਤੇ ਟੀਵੀ ਲਗਾਉਣ ਦੀ ਮੰਗ ਕਰ ਰਹੇ ਨੇ। ਕੈਦੀਆਂ ਵੱਲੋਂ ਜੇਲ੍ਹ ਮੈਨੂਅਲ ਦੇ ਮੁਤਾਬਿਕ ਸਹੂਲਤਾਂ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਮੇਰਾ ਲੜਕਾ ਗੁਰਪ੍ਰੀਤ ਸਿੰਘ ਸੇਖੋਂ ਬਠਿੰਡਾ ਜੇਲ੍ਹ ਵਿਖੇ ਬੰਦ ਹੈ
ਉਸ ਦੀ ਅੱਜ ਐਸਟੀਡੀ ਤੋਂ ਕਾਲ ਆਈ ਸੀ ਕਿ ਤਕਰੀਬਨ 50 ਆਦਮੀ 3 ਦਿਨਾਂ ਤੋਂ ਭੁੱਖ ਹੜਤਾਲ ਤੇ ਹਨ, ਜਿਸ ਦਾ ਕਾਰਨ ਇਹ ਹੈ ਕਿ ਫਿਰੋਜ਼ਪੁਰ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਟੀਵੀ ਲਗਾਉਣ ਦੀ ਸੁਵਿਧਾ ਹੈ, ਪਰ ਬਠਿੰਡਾ ਜੇਲ੍ਹ ਵਿੱਚ ਇਹ ਸੁਵਿਧਾ ਨਹੀਂ ਹੈ। ਉਹ ਟੀਵੀ ਲਗਾਉਣ ਦੀ ਮੰਗ ਕਰ ਰਹੇ ਹਨ। ਸੋ ਕੈਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਲਗਾਤਾਰ ਜਾਰੀ ਹੈ ਤੇ ਮੁੱਖ ਮੰਗ ਟੀਵੀ ਲਗਾਉਣ ਦੀ ਹੋ ਰਹੀ ਹੈ। ਖੈਰ ਅਜੇ ਸਵਾਲ ਬਰਕਰਾਰ ਹੈ ਕਿ ਭੁੱਖ ਹੜਤਾਲ ਕਦੋਂ ਖਤਮ ਹੋਵੇਗੀ, ਕਿ ਜੇਲ੍ਹ ਵਿਭਾਗ ਦੇ ਵੱਲੋਂ ਇਹਨਾਂ ਮੰਗਾਂ ਤੇ ਗੌਰ ਕੀਤਾ ਜਾਂਦਾ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਬਠਿੰਡਾ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।